ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਮਨ ਹਠ ਕਿਨੈ ਨਾ ਪਾਇਓ, ਸਭ ਥਕੇ ਕਰਮ ਕਮਾਏ। ਮਨ ਹਠ ਭੀਖ ਕਰ ਭਰਮ ਦੇ, ਦੁਖ ਪਾਇਆ ਦੂਜੈ ਪਾਏ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਗੁਰ ਸੇਵਾ ਤੇ ਮਨ ਨਿਰਮਲ ਹੋਵੈ, ਅਗਿਆਨ ਅੰਧੇਰਾ ਜਾਏ। ਨਾਮ ਰਤਨ ਕਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਗੁਰ ਸੇਵਾ ਤੇ ਮਨ ਨਿਰਮਲ ਹੋਵੈ, ਅਗਿਆਨ ਅੰਧੇਰਾ ਜਾਏ। ਨਾਮ ਰਤਨ ਕਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਮਨ ਹਠ ਕਿਨੈ ਨਾ ਪਾਇਓ, ਸਭ ਥਕੇ ਕਰਮ ਕਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਪਾਵਨ 10 ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਵਡਹੰਸ ਰਾਗ ਦੀ ਵਾਰ ਦੇ 19ਵੇਂ ਸ਼ਲੋਕ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਬਹੁਤ ਸਾਰੇ ਉਹ ਵੀ ਲੋਕ ਹਨ ਜਿਹੜੇ ਮਨ ਦੇ ਹਠ ਦੇ ਨਾਲ ਕੋਈ ਜਪ ਕਰਦੇ ਹਨ, ਕੋਈ ਤਪ ਵੀ ਕਰਦੇ ਹਨ, ਕਈ ਜਗ ਵੀ ਕਰਦੇ ਹਨ, ਕਈ ਯੋਗ ਵੀ ਕਰਦੇ ਹਨ, ਕੋਈ ਸਮਦਮ ਆਦਿਕ ਸਾਧਨ ਵੀ ਕਰਦੇ ਹਨ, ਕਈ ਵਰਤ ਨਿਯਮ ਵੀ ਰੱਖਦੇ ਹਨ। ਕੀ ਉਹਨਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੋ ਸਕਦੀ ਹੈ? ਤਾਂ ਸਾਹਿਬ ਸਤਿਗੁਰੂ ਇਸ ਦਾ ਜਵਾਬ ਕੀ ਦਿੰਦੇ ਹਨ? ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਬਾਣੀ ਦੀ ਵਿਚਾਰ ਸਰਵਣ ਕਰੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਮਨ ਹਠ ਕਿਨੈ ਨ ਪਾਇਓ, ਸਭ ਥਕੇ ਕਰਮ ਕਮਾਏ। ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ,
ਗੁਰਮੁਖੋ ਮਨ ਦੇ ਹਠ ਦੇ ਨਾਲ ਕਿਸੇ ਨੇ ਵੀ ਕੁਝ ਵੀ ਨਹੀਂ ਪ੍ਰਾਪਤ ਕੀਤਾ। ਪਰਮੇਸ਼ਰ ਨੇ ਤਾਂ ਮਿਲਣਾ ਹੀ ਕੀ ਸੀ, ਉਹਨਾਂ ਨੂੰ ਹੋਰ ਵੀ ਕੁਝ ਨਾ ਮਿਲ ਸਕਿਆ। ਸਭ ਥੱਕੇ ਕਰਮ ਕਮਾਏ। ਜਿੰਨੇ ਵੀ ਹਠ ਕਰਮੀ ਤੇ ਹਠ ਧਰਮੀ ਲੋਕ ਸਨ, ਉਹ ਹਠ ਦੇ ਨਾਲ ਕਰਮ ਕਰ ਕਰਕੇ ਸਾਰੇ ਥੱਕ ਗਏ, ਪਰ ਉਹਨਾਂ ਨੂੰ ਪਰਮੇਸ਼ਰ ਨਾ ਮਿਲ ਸਕਿਆ। ਮਨ ਹਠ ਪੇਖ ਕਰ ਭਰਮ ਦੇ, ਦੁਖ ਪਾਇਆ ਦੂਜੈ ਪਾਏ। ਉਹ ਮਨ ਦੇ ਹਠ ਦੇ ਨਾਲ ਕਈ ਤਰ੍ਹਾਂ ਦੇ ਭੇਖ ਧਾਰਨ ਕਰਕੇ ਇੱਧਰ ਉੱਧਰ ਭਰਮਦੇ ਫਿਰਦੇ ਹਨ। ਕਦੇ ਯੋਗੀ ਬਣ ਕੇ, ਕਦੇ ਵੈਰਾਗੀ ਬਣ ਕੇ, ਕਦੇ ਉਦਾਸੀ ਬਣ ਕੇ, ਕਦੇ ਸੰਨਿਆਸੀ ਬਣ ਕੇ, ਕਦੇ ਕੁਝ ਕਦੇ ਕੁਝ। ਜਮਨਾ ਗਏ ਜਮਨਾ ਦਾਸ, ਗੰਗਾ ਗਏ ਗੰਗਾ ਰਾਮ ਬਣ ਗਏ। ਇਉਂ ਮਨ ਦੇ ਹਠ ਦੇ ਨਾਲ ਕਈ ਤਰ੍ਹਾਂ ਦੇ ਭੇਖ ਬਣਾ ਕੇ ਭੇਖੀ ਲੋਕ ਭਰਮਦੇ ਫਿਰਦੇ ਹਨ। ਦੁੱਖ ਪਾਇਆ ਦੂਜੈ ਭਾਏ। ਉਹਨਾਂ ਨੇ ਦੂਜੇ ਪਾਸੇ ਪ੍ਰੇਮ ਕਰਕੇ ਵਾਹਿਗੁਰੂ ਤੋਂ ਛੁੱਟ ਹੋਰ ਕਿਸੇ ਪਾਸੇ ਵੀ ਜੋ ਪ੍ਰੇਮ ਹੈ, ਇਹਨੂੰ ਦੂਜਾ ਭਾਵ ਹੀ ਆਖਿਆ ਜਾਂਦਾ ਹੈ। ਹੋਰ ਦੂਜੇ ਪਾਸੇ ਪ੍ਰੇਮ ਕਰਕੇ ਦੁੱਖ ਪਾਇਆ, ਉਹਨਾਂ ਨੇ ਮਹਾਨ ਦੁੱਖ ਹੀ ਪ੍ਰਾਪਤ ਕੀਤਾ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਜਿਹੜੇ ਮਨ ਦੇ ਹਠ ਦੇ ਨਾਲ ਵੀ ਕੋਈ ਜਾਪ ਤਪ ਯੋਗ ਸਾਧਨ ਕਰਦੇ ਹਨ, ਕਮ ਸੇ ਕਮ ਉਹਨਾਂ ਨੂੰ ਰਿੱਧੀ ਸਿੱਧੀ ਦਾ ਕੋਈ ਨਾ ਕੋਈ ਮਿਲ ਹੀ ਜਾਂਦੀ ਹੈ। ਰਿੱਧੀ ਕਹਿੰਦੇ ਹਨ ਪੰਜਕ ਸੇਰ ਭੋਜਨ ਤਿਆਰ ਕਰਕੇ ਉਹਦੇ ਉੱਤੇ ਕੱਪੜਾ ਪਾ ਕੇ ਤੇ ਉਹਦੇ ਕੋਲੇ ਬੈਠ ਕੇ ਕਿਸੇ ਮੰਤਰ ਦਾ, ਕਿਸੇ ਸ਼ਬਦ ਦਾ, ਕਿਸੇ ਸ਼ਲੋਕ ਦਾ ਪਾਠ ਕਰਨਾ ਤੇ ਬੇਅੰਤ ਸੰਗਤਾਂ ਨੂੰ ਭੰਡਾਰਾ ਵਰਤਾਈ ਜਾਣਾ, ਮੁੱਕਣ ਨਾ ਦੇਣਾ, ਇਸ ਨੂੰ ਰਿੱਧੀ ਕਹਿੰਦੇ ਹਨ। ਅੰਨ ਦੀ ਅਤੁੱਟਤਾ ਦਾ ਨਾਮ ਰਿੱਧੀ ਹੈ। ਜਿਵੇਂ ਕਈ ਜਿਹੜੇ ਗੁਰਸਿੱਖ ਸਾਧੂ ਸਨ, ਉਹ ਜਦੋਂ ਲੰਗਰ ਤਿਆਰ ਹੁੰਦਾ ਤਾਂ ਉੱਥੇ ਬੈਠ ਕੇ ਇਹ ਸ਼ਬਦ, ਇਹ ਸ਼ਲੋਕ ਦਾ ਪਾਠ ਕਰਦੇ ਸਨ। ਤਿਚਰ ਮੋਲ ਨਾ ਥੁੜੀਂਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਤੇ ਫਿਰ ਉਹ ਕਦੀ ਵੀ ਮੁੱਕਦਾ ਨਹੀਂ ਸੀ। ਇਹਨੂੰ ਕਹਿੰਦੇ ਆ ਰਿੱਧੀ। ਤੇ ਸਿੱਧੀ ਹੈ ਰੂਹਾਨੀ ਸ਼ਕਤੀ। ਇਹਨਾਂ ਦੀ ਗਿਣਤੀ 18 ਲਿਖੀ ਹੈ, ਪਰ ਇਹਨਾਂ ਦੇ ਵਿੱਚੋਂ 8 ਮੁੱਖ ਸਿੱਧੀਆਂ ਹਨ। ਅਣਮਾ ਮਹਿਮਾ ਗਰਮਤਾ, ਲਗਮਾ ਪ੍ਰਾਪਤ ਜਾਨ, ਵਸੀ ਕਰਨ ਪੁਨੀਕਤਾ, ਅਸ਼ਟ ਸਿੱਧ ਕੇ ਨਾਮ। ਅਣਮਾ ਅਣੂ ਵਰਗੇ ਹੋ ਜਾਣਾ, ਬਹੁਤ ਆਪਣੇ ਆਪ ਨੂੰ ਸੂਖਮ ਬਣਾ ਲੈਣਾ। ਮਹਿਮਾ ਬਹੁਤ ਵੱਡੇ ਬਣਾ ਲੈਣਾ। ਗਰਮਤਾ ਤੇ ਬਹੁਤ ਆਪਣੇ ਭਾਰ ਨੂੰ ਵਧਾ ਲੈਣਾ, ਸਰੀਰ ਨੂੰ ਬਹੁਤ ਭਾਰੀ ਬਣਾ ਲੈਣਾ, ਇਹ ਵੀ ਇੱਕ ਸਿੱਧੀ ਹੈ। ਅਣਮਾ ਮਹਿਮਾ ਗਰਮਤਾ, ਲਗਮਾ ਪ੍ਰਾਪਤ ਜਾਨ। ਲਗਮਾ ਦਾ ਅਰਥ ਹੈ ਵੀ ਆਪਣੇ ਸਰੀਰ ਨੂੰ ਛੋਟਾ ਕਰ ਲੈਣਾ, ਜਿਤਨਾ ਆਕਾਰ ਹੈ ਵੀ ਕਿਤੇ ਬੱਚੇ ਦਾ ਰੂਪ ਧਾਰਨ ਕਰ ਲੈਣਾ, ਸਰੀਰ ਨੂੰ ਛੋਟਾ ਜਿਹਾ ਬਣਾ ਲੈਣਾ। ਜਿਵੇਂ ਇੱਕ ਵਿਸ਼ਨੂੰ ਦਾ ਅਵਤਾਰ 52 ਹੋਇਆ, ਉਸ ਨੇ ਆਪਣੇ ਸਰੀਰ ਨੂੰ 52 ਉਂਗਲ ਦਾ ਹੀ ਬਣਾਇਆ ਸੀ, ਛੋਟਾ ਬਣਾ ਲਿਆ। ਉਹ ਵੀ ਇੱਕ ਸਿੱਧੀ ਹੁੰਦੀ ਹੈ। ਪ੍ਰਾਪਤ ਜਾਨ, ਤੇ ਫਿਰ ਜੋ ਵੀ ਚੀਜ਼ ਦੀ ਇੱਛਾ ਹੋਵੇ ਉਸ ਨੂੰ ਪ੍ਰਾਪਤ ਕਰ ਲੈਣਾ, ਇਹਦਾ ਨਾਮ ਵੀ ਸਿੱਧੀ ਹੈ। ਕਿਸੇ ਦੇ ਮਨ ਦੀ ਗੱਲ ਨੂੰ ਬੁੱਝ ਲੈਣਾ, ਇਹ ਵੀ ਇੱਕ ਸਿੱਧੀ ਦਾ ਅੰਗ ਹੈ। ਵਸੀ ਕਰਨ ਪੁੰਨ ਈਖਤਾ, ਕਿਸੇ ਨੂੰ ਆਪਣੇ ਵਸ ਕਰ ਲੈਣਾ। ਜਿਵੇਂ ਰਿੱਧੀ ਸਿੱਧੀ ਵਾਲੇ ਲੋਕ ਵੱਡੇ ਵੱਡੇ ਮਾਇਆਧਾਰੀ ਲੋਕਾਂ ਨੂੰ ਆਪਣੇ ਚੇਲੇ ਬਣਾਉਂਦੇ ਨੇ। ਜਿਵੇਂ ਗੋਰਖਨਾਥ ਨੇ ਭਰਥਰੀ ਵਰਗੇ ਰਾਜਿਆਂ ਨੂੰ, ਗੋਪੀ ਚੰਦ ਵਰਗੇ ਰਾਜਿਆਂ ਨੂੰ ਯੋਗੀ ਬਣਾ ਲਿਆ। ਇਹ ਰਿੱਧੀ ਸਿੱਧੀ ਦਾ ਇੱਕ ਬਲ ਹੁੰਦਾ ਹੈ। ਵਸੀਕਰਨ ਪੁੰਨ ਈਖਤਾ, ਫਿਰ ਕਿਸੇ ਦੀ ਇੱਛਾ ਨੂੰ ਪੂਰੀ ਕਰ ਦੇਣਾ। ਕਿਉਂਕਿ ਬਹੁਤ ਸਾਰੇ ਲੋਕ ਆਪਣੀਆਂ ਲੋੜਾਂ ਵਾਸਤੇ ਹੀ
ਇਹ ਸਾਧੂਆਂ ਕੋਲ ਜਾਂਦੇ ਹਨ ਵੀ ਕੋਈ ਸਾਡੀ ਕੋਈ ਨਾ ਕੋਈ ਇੱਛਾ ਪੂਰੀ ਹੋ ਜਾਵੇ। ਕਿਸੇ ਦੀ ਇੱਛਾ ਨੂੰ ਪੂਰੀ ਕਰ ਦੇਣਾ ਇਹ ਵੀ ਇੱਕ ਸਿੱਧੀ ਆਉਂਦੀ ਹੈ। ਲਓ ਹਜ਼ੂਰ ਕਹਿੰਦੇ ਨੇ ਜਿੰਨੀਆਂ ਰਿੱਧੀਆਂ ਸਿੱਧੀਆਂ ਨੇ ਸਭ ਮੋਹ ਹੈ। ਇਹ ਵੀ ਤਾਂ ਸਾਰੀਆਂ ਮੋਹ ਨੂੰ ਹੀ ਪੈਦਾ ਕਰਦੀਆਂ ਨੇ। ਇਹਨਾਂ ਦੇ ਵਿੱਚ ਵੀ ਮਨੁੱਖ ਦਾ ਮਨ ਖਚਤ ਹੁੰਦਾ ਹੈ। ਨਾਮ ਨਾ ਵਸੈ ਮਨ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਰਿੱਧੀਆਂ ਸਿੱਧੀਆਂ ਨੂੰ ਵੀ ਮੋਹ ਦਾ ਹੀ ਰੂਪ ਦੱਸਦੇ ਹਨ। ਜਿਵੇਂ ਸੰਸਾਰੀ ਲੋਕਾਂ ਨੂੰ ਮਾਇਆ ਦੇ ਨਾਲ ਮੋਹ ਹੁੰਦਾ ਹੈ, ਸਾਧੂਆਂ ਨੂੰ ਰਿੱਧੀਆਂ ਸਿੱਧੀਆਂ ਦੇ ਨਾਲ ਮੋਹ ਪੈ ਜਾਂਦਾ ਹੈ। ਇਹ ਵੀ ਮੋਹ ਹੀ ਪੈਦਾ ਕਰਦੀਆਂ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਰਿੱਧੀਆਂ ਸਿੱਧੀਆਂ ਇਹ ਵੀ ਸਾਰੀਆਂ ਬੰਦੇ ਦੇ ਮਨ ਨੂੰ ਆਪਣੇ ਵੱਲ ਖਿੱਚਦੀਆਂ। ਨਾਮ ਨਾ ਵਸੈ ਮਨ ਆਏ। ਜਦੋਂ ਰਿੱਧੀ ਸਿੱਧੀ ਵੱਲ ਮਨ ਲੱਗ ਜਾਂਦਾ ਹੈ ਫਿਰ ਵਾਹਿਗੁਰੂ ਦਾ ਨਾਮ ਆ ਕੇ ਮਨ ਦੇ ਵਿੱਚ ਨਹੀਂ ਵਸਦਾ। ਇਸ ਲਈ ਗੁਰਮਤ ਵਿੱਚ ਨਾਮ ਦੀ ਸਭ ਤੋਂ ਵੱਡੀ ਬਖਸ਼ਿਸ਼ ਹੈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਵੀ ਬਚਨ ਹਨ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਜੋ ਮਨੁੱਖ ਆਪਣੇ ਸਾਧਨ ਦੇ ਨਾਲ ਕੋਈ ਰਿੱਧੀ ਸਿੱਧੀ ਪ੍ਰਾਪਤ ਕਰ ਲਵੇ, ਉਹ ਕਿਹੋ ਜਿਹੀ ਦਾਤ ਹੈ। ਭਾਵ ਉਹਨੂੰ ਰੱਬੀ ਦਾਤ ਨਹੀਂ ਆਖਿਆ ਜਾ ਸਕਦਾ। ਉਹ ਆਪਣੇ ਸਾਧਨ ਦਾ ਫਲ ਹੈ, ਉਹ ਆਪਣੀ ਤਪੱਸਿਆ ਦਾ ਫਲ ਹੁੰਦਾ ਹੈ। ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ। ਸਭ ਤੋਂ ਵੱਡੀ ਕਰਾਮਾਤ, ਇਹ ਕਰਮ ਦਾ ਅਰਥ ਹੁੰਦਾ ਬਖਸ਼ਿਸ਼। ਇਹ ਫਾਰਸੀ ਦਾ ਲਫ਼ਜ਼ ਹੈ ਕਰਮ, ਤੇ ਕਰਮਾਤ ਕਰਮ ਦਾ ਬਹੁ ਵਚਨ। ਸਭ ਤੋਂ ਵੱਡੀ ਬਖਸ਼ਿਸ਼ ਇਹ ਹੈ ਸਾਹਿਬ ਤੁਠੈ ਜੋ ਮਿਲੈ। ਜੋ ਮਾਲਕ ਦੀ ਪ੍ਰਸੰਨਤਾ ਨਾਲ ਕੋਈ ਸਾਨੂੰ ਚੀਜ਼ ਪ੍ਰਾਪਤ ਹੋਵੇ। ਮਾਲਕ ਦੀ ਪ੍ਰਸੰਨਤਾ ਨਾਲ ਜੇ ਕੋਈ ਦਾਤ ਮਿਲ ਸਕਦੀ ਹੈ, ਉਹ ਹੈ ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਬਾਕੀ ਦੇ ਰਿੱਧੀਆਂ ਸਿੱਧੀਆਂ ਸਾਧਨ ਦਾ ਫਲ ਨੇ, ਪਰ ਵਾਹਿਗੁਰੂ ਦਾ ਨਾਮ ਇਹ ਉਸਦੀ ਆਪਣੀ ਬਖਸ਼ਿਸ਼ ਹੈ। ਇਸੇ ਲਈ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਹੋਰ ਥਾਂ ਤੇ ਬਚਨ ਲਿਖਿਆ ਹੈ, ਬਿਨ ਨਾਵੈ ਪਹਿਨਨ ਖਾਨ ਸਾਹਿਬ ਬਾਦ ਹੈ, ਤੈਗ ਸਿੱਧੀ ਤੈਗ ਕਰਮਾਤ, ਸਾ ਸਿੱਧ ਸਾ ਕਰਮਾਤ ਹੈ, ਅਚਿੰਤ ਕਰੇ ਜਿਸ ਦਾਤ। ਨਾਮ ਤੋਂ ਬਿਨਾਂ ਸਭ ਰਿੱਧੀਆਂ ਸਿੱਧੀਆਂ ਨੂੰ ਵੀ ਸਤਿਗੁਰੂ ਮਹਾਰਾਜ ਨੇ ਤਰਕਾਰ ਜੋਗੀ ਆਖਿਆ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਜਨਮ ਸਾਖੀ ਵਿੱਚ ਜ਼ਿਕਰ ਆਇਆ ਹੈ, ਜਦੋਂ ਕਲਯੁਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਆ ਕੇ ਮਿਲਿਆ ਤੇ ਉਸ ਨੇ ਵੀ ਰਿੱਧੀਆਂ ਸਿੱਧੀਆਂ ਦੀ ਪੇਸ਼ਕਸ਼ ਕੀਤੀ ਸੀ। ਕਹਿਣ ਲੱਗਾ ਤੁਸੀਂ ਮੇਰੇ ਕੋਲੋਂ ਰਿੱਧੀਆਂ ਸਿੱਧੀਆਂ ਲੈ ਲਵੋ। ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਪਾਓ। ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਇਹ ਰਿੱਧੀਆਂ ਸਿੱਧੀਆਂ ਵੀ ਇੱਕ ਛਲਾਵਾ ਹੀ ਹੁੰਦਾ। ਦੁਨਿਆਵੀ ਲੋਕ ਦੁਨੀਆ ਦੀ ਮਾਇਆ ਵਿੱਚ, ਦੁਨੀਆ ਦੀ ਦੌਲਤ ਵਿੱਚ ਮੋਹਿਤ ਹੋ ਜਾਂਦੇ ਹਨ, ਤੇ ਜਿਹੜੇ ਰਿਸ਼ੀ ਮੁਨੀ ਸਾਧੂ ਲੋਕ ਹੁੰਦੇ ਨੇ ਰਿੱਧੀਆਂ ਸਿੱਧੀਆਂ ਦੇ ਮੋਹ ਜਾਲ ਵਿੱਚ ਫਸ ਜਾਂਦੇ ਨੇ, ਤੇ ਇਹ ਰੱਬ ਤੱਕ ਨਹੀਂ ਜਾਣ ਦਿੰਦੀਆਂ। ਇਸੇ ਲਈ ਸਤਿਗੁਰੂ ਫਰਮਾਉਂਦੇ ਹਨ ਵੀ ਇਹ ਰਿੱਧੀਆਂ ਸਿੱਧੀਆਂ ਤੇ ਸਭ ਮੋਹ ਰੂਪੀ ਹਨ। ਇਹਨਾਂ ਦੇ ਵਿੱਚ ਲੱਗ ਕੇ ਵਾਹਿਗੁਰੂ ਦਾ ਨਾਮ ਨਹੀਂ ਆ ਕੇ ਮਨ ਵਿੱਚ ਵਸਦਾ। ਗੁਰ ਸੇਵਾ ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਹੋਰ ਜਿਹੜੇ ਕੋਈ ਹੱਠ ਦੇ ਨਾਲ ਧਰਮ ਕਰਮ ਯੱਗ ਯੋਗ ਆਦਿਕ ਸਾਧਨ ਕਰਨੇ ਹਨ, ਉਹਨਾਂ ਦੀ ਥਾਂ ਤੇ ਜੇ ਗੁਰੂ ਦੀ ਸੇਵਾ ਕੀਤੀ ਜਾਵੇ, ਉਹ ਮਹਾਨ ਤਪ ਹੈ। ਗੁਰ ਸੇਵਾ ਤਪਾਂ ਸਿਰ ਤਪਸਾਰ। ਕਿਉਂ? ਗੁਰੂ ਦੀ ਸੇਵਾ ਦੇ ਨਾਲ ਮਨ ਨਿਰਮਲ ਹੁੰਦਾ। ਅਗਿਆਨ ਅੰਧੇਰਾ ਜਾਏ। ਜਦੋਂ ਗੁਰੂ ਦੀ ਸੇਵਾ ਦੇ ਨਾਲ ਮਨ ਨਿਰਮਲ ਹੋ ਗਿਆ ਤੇ ਫਿਰ ਉਹਦੇ ਵਿੱਚ ਆ ਕੇ ਨਾਮ ਵਸ ਜਾਂਦਾ। ਜਿੱਥੇ ਨਾਮ ਵਸ ਜਾਂਦਾ ਹੈ, ਨਾਮ ਇੱਕ ਦੀਵਾ ਹੈ, ਨਾਮ ਇੱਕ ਰੋਸ਼ਨੀ ਹੈ, ਉਹਦੇ ਨਾਲ ਅਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਨਾਮ ਰਤਨ ਘਰ ਪ੍ਰਗਟ ਹੋਆ, ਨਾਨਕ ਸਹਿਜ ਸਮਾਏ। ਲਓ ਹਜ਼ੂਰ ਕਹਿੰਦੇ ਨੇ ਜਦੋਂ ਗੁਰੂ ਦੀ ਸੇਵਾ ਦੇ ਨਾਲ, ਕਿਉਂਕਿ ਇਸ ਕਾਮ ਸੇਵਾ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ,
ਸਕਾਮ ਸੇਵਾ ਦੇ ਨਾਲ ਮਨ ਦੀ ਇੱਛਾ ਤਾਂ ਪੂਰੀ ਹੋ ਜਾਂਦੀ ਹੈ, ਪਰ ਮਨ ਨਿਰਮਲ ਨਹੀਂ ਹੁੰਦਾ। ਨਿਸ਼ਕਾਮ ਸੇਵਾ ਦੇ ਨਾਲ ਮਨ ਨਿਰਮਲ ਹੁੰਦਾ। ਜਿਵੇਂ ਜਿਵੇਂ ਕੋਈ ਗੁਰਸਿੱਖ ਭਾਂਡੇ ਮਾਂਜਦਾ, ਉਹਦਾ ਮਨ ਵੀ ਮਾਂਜਿਆ ਜਾਂਦਾ। ਜਿਵੇਂ ਜਿਵੇਂ ਕੋਈ ਗੁਰਸਿੱਖ ਝਾੜੂ ਫੇਰਦਾ, ਉਹਦੇ ਮਨ ਦੀ ਵੀ ਨਾਲ ਨਾਲ ਸਫਾਈ ਹੋਈ ਜਾਂਦੀ। ਗੁਰੂ ਦੀ ਨਿਸ਼ਕਾਮ ਸੇਵਾ ਦੇ ਨਾਲ ਮਨ ਨਿਰਮਲ ਹੁੰਦਾ ਹੈ, ਤੇ ਫਿਰ ਨਾਮ ਰੂਪੀ ਰਤਨ ਉਹਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ। ਤੇ ਜਦੋਂ ਨਾਮ ਰੂਪੀ ਰਤਨ ਉਸ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਤੇ ਉਹਨੇ ਅਗਿਆਨ ਦੇ ਹਨੇਰੇ ਨੂੰ ਦੂਰ ਕਰ ਦਿੱਤਾ। ਫਿਰ ਅੱਗੇ ਕੀ ਮਿਲਿਆ? ਨਾਨਕ ਸਹਿਜ ਸਮਾਏ। ਫਿਰ ਇਹ ਮਨੁੱਖ ਸੁਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋ ਗਿਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਮਨ ਦੇ ਹੱਥ ਦੇ ਨਾਲ ਕੋਈ ਸਾਮ ਦਾਮ ਜਪ ਤਪ ਯੱਗ ਯੋਗ ਆਦਿਕ ਸਾਧਨ ਕਰਨ ਦੇ ਨਾਲੋਂ ਗੁਰੂ ਦੀ ਸੇਵਾ ਨੂੰ ਤੇ ਵਾਹਿਗੁਰੂ ਦੇ ਨਾਮ ਨੂੰ ਉੱਤਮ ਦਰਜਾ ਬਖਸ਼ਿਸ਼ ਕੀਤਾ ਹੈ। ਉਹ ਹੋਰ ਸਾਧਨ ਕਰਕੇ ਰਿੱਧੀਆਂ ਸਿੱਧੀਆਂ ਤੇ ਮਿਲ ਸਕਦੀਆਂ, ਪਰ ਵਾਹਿਗੁਰੂ ਦਾ ਨਾਮ ਨਹੀਂ ਮਨ ਵਿੱਚ ਆ ਕੇ ਵਸਦਾ। ਇਸ ਲਈ ਨਾਮ ਗੁਰੂ ਦੀ ਨਿਸ਼ਕਾਮ ਸੇਵਾ ਕਰਨ ਦੇ ਨਾਲ ਹੀ ਮਿਲਦਾ, ਤੇ ਨਾਮ ਦੁਆਰਾ ਅੱਗੇ ਵਾਹਿਗੁਰੂ ਦੇ ਵਿੱਚ ਅਭੇਦਤਾ ਹਾਸਲ ਹੁੰਦੀ ਹੈ। ਮਹੱਲਾ ਤੀਜਾ। ਸ਼ਬਦੈ ਸਾਧਨਾ ਆਇਓ, ਨਾਮ ਨਾ ਲੱਗੋ ਪਿਆਰ। ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਨਮੁਖ ਦੀ ਹਾਲਤ ਬਿਆਨ ਕਰਦੇ ਹਨ। ਮਨਮੁਖ ਨੂੰ ਸ਼ਬਦੈ ਸਾਧਨਾ ਆਇਓ, ਉਹਨੂੰ ਸ਼ਬਦ ਦਾ ਆ ਜੋ ਗੁਰਬਾਣੀ ਹੈ, ਗੁਰੂ ਕਾ ਸ਼ਬਦ, ਇਹਦਾ ਸਵਾਦ ਇਹਦਾ ਰਸ ਨਹੀਂ ਆਇਆ। ਮਨਮੁਖ ਜਦੋਂ ਬਾਣੀ ਪੜ੍ਹਦੇ ਨੇ ਜਾਂ ਸੁਣਦੇ ਹਨ, ਉਹਨਾਂ ਨੂੰ ਇਹਦੇ ਵਿੱਚੋਂ ਰਸ ਨਹੀਂ ਆਉਂਦਾ। ਸ਼ਬਦੈ ਸਾਧਨਾ ਆਇਓ, ਮਨਮੁਖਾਂ ਦੇ ਲਈ ਗੁਰਬਾਣੀ ਵੀ ਇੱਕ ਅਲੂਣੀ ਸਿਲ ਵਾਂਗ ਹੁੰਦੀ ਹੈ। ਕਈ ਤਾਂ ਇੱਥੋਂ ਤੱਕ ਵੀ ਮਨਮੁਖ ਹਨ ਜਿਹੜੇ ਉਹ ਬਾਣੀ ਨੂੰ ਸੁਣਨਾ ਹੀ ਨਹੀਂ ਚਾਹੁੰਦੇ। ਨਾਮ ਸੁਣਤ ਜਨ ਬਿਛੂ ਡਸਾਨਾ, ਨਾਮ ਸੁਣ ਕੇ ਬਾਣੀ ਸੁਣ ਕੇ ਉਹਨਾਂ ਨੂੰ ਵਿਉ ਚੜ੍ਹ ਜਾਂਦੀ, ਜਿਵੇਂ ਬਿੱਛੂ ਡੰਗ ਮਾਰਦਾ ਹੋਵੇ। ਕਈ ਇਹੋ ਜਿਹੇ ਵੀ ਮਨਮੁਖ ਨੇ, ਜਦੋਂ ਕਿਤੇ ਅੰਮ੍ਰਿਤ ਵੇਲੇ ਕੋਈ ਉੱਚੀ ਆਵਾਜ਼ ਦੇ ਵਿੱਚ ਸਪੀਕਰ ਲੱਗ ਜਾਂਦੇ ਨੇ, ਕੋਈ ਬਾਣੀ ਪੜ੍ਹੀ ਜਾਂਦੀ ਹੈ, ਤੇ ਕਈ ਮਨਮੁਖ ਲੋਕ ਕਹਿੰਦੇ ਲੈ ਹੁਣ ਨਾ ਇਹਨੇ ਸਾਨੂੰ ਸੌਣ ਦੇਣਾ ਤੇ ਨਾ ਹੀ ਇਹਨੇ ਰੱਬ ਨੂੰ ਸੌਣ ਦੇਣਾ। ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਬਾਣੀ ਦਾ ਰਸ ਨਹੀਂ ਆ ਸਕਦਾ। ਸ਼ਬਦ ਸਾਧਨਾ ਆਇਓ, ਮਨਮੁਖ ਨੂੰ ਸ਼ਬਦ ਦਾ ਬਾਣੀ ਦਾ ਕੋਈ ਰਸ ਨਹੀਂ ਆਇਆ। ਨਾਮ ਨਾ ਲੱਗੋ ਪਿਆਰ, ਤੇ ਨਾ ਹੀ ਉਸਦਾ ਨਾਮ ਦੇ ਨਾਲ ਹੀ ਪਿਆਰ ਲੱਗਿਆ। ਜਿਹਨੂੰ ਬਾਣੀ ਦਾ ਹੀ ਰਸ ਨਹੀਂ ਆਇਆ, ਉਹਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਵੀ ਕਿਵੇਂ ਲੱਗ ਸਕਦਾ? ਨਹੀਂ ਲੱਗ ਸਕਦਾ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਮਨਮੁਖ ਆਪਣੀ ਜ਼ੁਬਾਨ ਤੋਂ ਵੀ ਫਿੱਕਾ ਹੀ ਬੋਲਦਾ, ਉਹਦੀ ਬੋਲੀ ਵੀ ਕੁਰਖਤ ਹੁੰਦੀ ਹੈ। ਜਿਵੇਂ ਕਾਂ ਬੋਲਦਾ ਤੇ ਕੁੱਤਾ ਭੌਂਕਦਾ, ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਇਸੇ ਤਰ੍ਹਾਂ ਮਨਮੁਖ ਦੀ ਹਾਲਤ ਹੁੰਦੀ ਹੈ। ਜਦੋਂ ਮਨਮੁਖ ਬੋਲਦਾ ਹੈ, ਫਿੱਕਾ ਬੋਲਦਾ ਹੈ, ਲੋਕ ਫਿਰ ਇਹੀ ਕਹਿੰਦੇ ਨੇ ਵੀ ਐਵੇਂ ਕਾਂ ਵਾਂਗੂ ਕਾਂ ਕਰੀ ਜਾਂਦਾ, ਐਵੇਂ ਕੁੱਤੇ ਵਾਂਗੂ ਭੌਂਕਦਾ ਫਿਰਦਾ। ਨਿਤ ਨਿਤ ਹੋਏ ਖੁਆਰ, ਉਹ ਆਪਣੇ ਸੁਭਾਅ ਦੇ ਅਨੁਸਾਰ ਰੋਜ਼ ਰੋਜ਼ ਖੁਆਰ ਹੁੰਦਾ ਹੈ, ਜ਼ਲੀਲ ਹੁੰਦਾ ਹੈ। ਨਾਨਕ ਕਿਰਤ ਪੈ ਕਮਾਵਣਾ, ਕੋਈ ਨਾ ਮੇਟਣ ਹਾਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਉਸ ਮਨਮੁਖ ਦੇ ਮੱਥੇ ਉੱਤੇ ਲੇਖ ਹੀ ਇਹੋ ਜਿਹਾ ਪਿਆ ਹੋਇਆ, ਨਾਨਕ ਕਿਰਤ ਪੈ ਕਮਾਵਣਾ। ਜੋ ਉਸ ਮਨਮੁਖ ਦੇ ਮੱਥੇ ਉੱਤੇ ਕਰਮ ਲੇਖ ਪਿਆ ਹੋਇਆ, ਉਹਦੇ ਅਨੁਸਾਰ ਹੀ ਉਹ ਅੱਗੇ ਭਾਈ ਉਹੋ ਜਿਹੇ ਕੰਮ ਕਰ ਰਿਹਾ ਹੈ। ਕੋਈ ਨਾ ਮੇਟਣ ਹਾਰ, ਵਾਹਿਗੁਰੂ ਦੇ ਲਿਖੇ ਨੂੰ ਕੋਈ ਵੀ ਮੇਟਣ ਵਾਲਾ ਨਹੀਂ ਹੈ, ਕਿਉਂਕਿ ਸਤਿਗੁਰੂ ਦੇ ਬਚਨ ਨੇ ਲੇਖ ਨਾ ਮੇਟੀ ਹੈ ਸਖੀ ਜੋ ਲਿਖਿਆ ਕਰਤਾਰ। ਜੋ ਵਾਹਿਗੁਰੂ ਨੇ ਲੇਖ ਲਿਖ ਦਿੱਤਾ ਹੈ, ਉਹਨੂੰ ਕੋਈ ਮੇਟ ਨਹੀਂ ਸਕਦਾ। ਇਸੇ ਲਈ ਮਨਮੁਖ ਦੇ ਮੱਥੇ ਤੇ ਲੇਖ ਹੀ ਇਹੋ ਜਿਹਾ ਪਿਆ ਹੋਇਆ, ਜਿਹੋ ਜਿਹਾ ਲੇਖ ਲਿਖਿਆ ਗਿਆ ਹੈ ਉਹਦੇ ਅਨੁਸਾਰ ਉਹੋ ਜਿਹੇ ਉਹ ਕੰਮ ਕਰੀ ਜਾ ਰਿਹਾ ਹੈ। ਪੌੜੀ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮਕੋ ਸ਼ਾਂਤ ਆਏ। ਪੌੜੀ ਹੋਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਦੀ ਮਹਿਮਾ ਉਚਾਰਨ ਕਰਦੇ ਹਨ। ਧੰਨ ਹੈ ਸਤਿਪੁਰਖ ਸਾਡਾ ਸਤਿਗੁਰੂ, ਜਿਤ ਮਿਲਿਆ ਹਮਕੋ ਸ਼ਾਂਤ ਆਈ। ਜੇ ਸਤਿਗੁਰੂ ਨੂੰ ਮਿਲ ਕੇ
ਸਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਦੁਨੀਆ ਸ਼ਾਂਤੀ ਭਾਲਦੀ ਫਿਰਦੀ ਹੈ ਨਾ। ਕੋਈ ਗਰਮੀ ਦੀ ਰੁੱਤ ਵਿੱਚ ਪਹਾੜੀ ਇਲਾਕਿਆਂ ਵਿੱਚ ਸੈਰ ਕਰਨ ਵਾਸਤੇ ਜਾਂਦਾ ਹੈ। ਕੋਈ ਗਰਮੀ ਦੀ ਮੌਸਮ ਦੇ ਵਿੱਚ ਜਿੱਥੇ ਕੋਈ ਝੀਲਾਂ ਨੇ, ਦਰਿਆ ਨੇ, ਉੱਥੇ ਸੈਰ ਕਰਨ ਵਾਸਤੇ ਜਾਂਦਾ ਹੈ। ਕੋਈ ਗਰਮੀ ਤੋਂ ਬਚਣ ਦੇ ਵਾਸਤੇ ਕੋਈ ਕੂਲਰ ਲਾਉਂਦਾ ਹੈ, ਕੋਈ ਏਸੀ ਲਾ ਕੇ ਬਹਿੰਦਾ ਹੈ ਵੀ ਮੈਨੂੰ ਸ਼ਾਂਤੀ ਮਿਲ ਜਾਵੇ। ਪਰ ਸਤਿਗੁਰੂ ਦੇ ਬਚਨ ਨੇ ਨ ਸੀਤਲੰ ਬਾਵਨ ਨ ਸੀਤਲੰ ਚੰਦਰ ਦਿਵ ਹੈ ਨ ਸੀਤਲੰ ਬਾਵਨ ਚੰਦਨ ਹੈ। ਨਾ ਤੇ ਚੰਦਰਮਾ ਹੀ ਕਿਸੇ ਨੂੰ ਆਤਮਕ ਸ਼ਾਂਤੀ ਦੇ ਸਕਦਾ, ਨਾ ਹੀ ਬਾਵਨ ਚੰਦਨ ਕਿਸੇ ਨੂੰ ਮਨ ਦੀ ਸ਼ਾਂਤੀ ਦੇ ਸਕਦਾ ਹੈ। ਨ ਸੀਤਲੰ ਚੰਦਰ ਦੇਵ ਹੈ ਨ ਸੀਤਲੰ ਬਾਵਨ ਚੰਦਨ ਹੈ ਨ ਸੀਤਲੰ ਸੀਤ ਰੁਤੇਨ ਨਾਨਕ ਸੀਤਲੰ ਸਾਧ ਸਵਜਨ ਹੈ। ਨਾ ਹੀ ਮਨ ਦੀ ਸ਼ਾਂਤੀ ਨੂੰ ਸਰਦੀ ਦੀ ਰੁੱਤ ਦੇ ਸਕਦੀ ਹੈ, ਤੇ ਜੇ ਸ਼ਾਂਤੀ ਮਿਲ ਸਕਦੀ ਹੈ ਤੇ ਗੁਰੂ ਦੀ ਸ਼ਰਨ ਵਿੱਚ, ਗੁਰੂ ਦੀ ਸੰਗਤ ਵਿੱਚੋਂ ਆ ਕੇ ਪ੍ਰਾਪਤ ਹੁੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਧੰਨ ਹੈ ਸਤਿਪੁਰਖ ਸਾਡਾ ਸਤਿਗੁਰੂ, ਜਿਸ ਦੇ ਨਾਲ ਮਿਲ ਕੇ ਸਾਨੂੰ ਮਨ ਦੀ ਸ਼ਾਂਤੀ ਪ੍ਰਾਪਤ ਹੋਈ ਹੈ। ਧੰਨ ਧੰਨ ਸਤਿਪੁਰਖ ਸਤਿਗੁਰੂ ਹਮਾਰਾ, ਜਿਤ ਮਿਲਿਆ ਹਮ ਹਰ ਭਗਤ ਪਾਏ। ਧੰਨ ਹੈ ਸੱਚਾ ਪੁਰਖ ਸਾਡਾ ਸਤਿਗੁਰੂ, ਜਿਤ ਮਿਲਿਆ ਜਿਸ ਨੂੰ ਮਿਲਣ ਕਰਕੇ ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਪ੍ਰਾਪਤ ਕੀਤੀ ਹੈ। ਪ੍ਰੇਮਾ ਭਗਤੀ ਤੇ ਨਵਦਾ ਭਗਤੀ ਤੇ ਪਰਾ ਭਗਤੀ ਇਹ ਅਸਾਂ ਪ੍ਰਾਪਤ ਕੀਤੀ ਹੈ। ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ, ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਏ। ਧੰਨ ਹੈ ਹਰੀ ਦਾ ਭਗਤ ਸਾਡਾ ਸਤਿਗੁਰੂ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਲੈ ਕੇ ਦਸੋ ਪਾਤਸ਼ਾਹੀਆਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹ ਆਪ ਸਮਰੱਥ ਗੁਰੂ ਹੁੰਦਿਆਂ ਹੋਇਆਂ ਕਦੇ ਗੁਰੂ ਨਹੀਂ ਅਖਵਾਏ, ਬਲਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ, ਆਪਣੇ ਆਪ ਨੂੰ ਵਾਹਿਗੁਰੂ ਦੇ ਦਾਸ ਹੀ ਸਦਵਾਇਆ। ਇਸੇ ਲਈ ਧੰਨ ਧੰਨ ਹਰ ਭਗਤ ਸਤਿਗੁਰੂ ਹਮਾਰਾ। ਧੰਨ ਹੈ ਹਰੀ ਦਾ ਭਗਤ ਸਾਡਾ ਸਤਿਗੁਰੂ, ਜਿਸ ਕੀ ਸੇਵਾ ਤੇ ਜਿਸ ਗੁਰੂ ਦੀ ਸੇਵਾ ਕਰਕੇ ਹਮ ਹਰ ਨਾਮ ਲਿਵ ਲਾਈ, ਅਸਾਂ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਹੈ। ਜਿਵੇਂ ਜਿਵੇਂ ਕੋਈ ਭਾਵਨਾ ਦੇ ਨਾਲ ਗੁਰਸਿੱਖ ਗੁਰੂ ਦੀ ਸੇਵਾ ਕਰਦਾ ਹੈ ਤੇ ਓਨੀ ਉਹਦੀ ਨਾਮ ਦੇ ਵਿੱਚ ਸੁਰਤ ਜੁੜਦੀ ਹੈ। ਧੰਨ ਧੰਨ ਹਰ ਗਿਆਨੀ ਸਤਿਗੁਰੂ ਹਮਾਰਾ, ਜਿਨ ਵੈਰੀ ਮਿੱਤਰ ਹਮਕੋ ਸਭ ਸਮ ਦ੍ਰਿਸ਼ਟ ਦਿਖਾਈ। ਧੰਨ ਹੈ ਉਸ ਵਾਹਿਗੁਰੂ ਦਾ ਗਿਆਨੀ, ਗਿਆਨ ਵਾਲਾ ਸਾਡਾ ਸਤਿਗੁਰੂ। ਜਿਨ ਵੈਰੀ ਮਿੱਤਰ, ਜਿਸ ਨੇ ਵੈਰੀ ਤੇ ਮਿੱਤਰ ਨੂੰ, ਦੁਸ਼ਮਣ ਤੇ ਦੋਸਤ ਨੂੰ, ਹਮਕੋ ਸਭ ਸਮਦ੍ਰਿਸ਼ਟ ਦਿਖਾਈ, ਸਾਨੂੰ ਸਾਰਿਆਂ ਨੂੰ ਸਮਦ੍ਰਿਸ਼ਟੀ ਕਰਕੇ ਦਿਖਾ ਦਿੱਤੇ ਨੇ। ਭਾਵ ਜਿਨ੍ਹਾਂ ਤੇ ਸਤਿਗੁਰੂ ਦੀ ਮਿਹਰ ਹੋ ਜਾਂਦੀ ਹੈ, ਫਿਰ ਉਹ ਵੈਰੀ ਤੇ ਮਿੱਤਰ ਨੂੰ ਇੱਕ ਸਮਾਨ ਦ੍ਰਿਸ਼ਟੀ ਨਾਲ ਹੀ ਸਾਰਿਆਂ ਨੂੰ ਵੇਖਦੇ ਨੇ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਇੱਕ ਪਾਸੇ ਦੁਸ਼ਮਣ ਦਾ ਘੇਰਾ ਪਿਆ ਹੋਇਆ ਹੈ, ਖਾਲਸਾ ਫੌਜ ਦਾ ਤੁਰਕਾਂ ਦੇ ਨਾਲ, ਪਹਾੜੀ ਰਾਜਿਆਂ ਦੇ ਨਾਲ ਜੰਗ ਯੁੱਧ ਚੱਲ ਰਿਹਾ ਹੈ। ਉਸ ਜੰਗ ਯੁੱਧ ਦੇ ਦੌਰਾਨ ਇੱਕ ਐਸਾ ਸਿੱਖ ਵੀ ਸੀ ਵੀ ਜਿਹੜਾ ਬਿਨਾਂ ਕਿਸੇ ਵੈਰੀ ਤੇ ਮਿੱਤਰ ਦੇ ਭਾਵ ਤੋਂ ਸਭ ਨੂੰ ਜਲ ਛਕਾ ਰਿਹਾ ਸੀ। ਕੁਝ ਸਿੰਘਾਂ ਨੇ ਸਤਿਗੁਰੂ ਦੇ ਪਾਸ ਜਾ ਕੇ ਸ਼ਿਕਾਇਤ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ, ਅਸੀਂ ਤੇ ਇਹਨਾਂ ਤੁਰਕਾਂ ਤੇ ਪਹਾੜੀਆਂ ਦੇ ਨਾਲ ਲੜਦੇ ਹਾਂ, ਉਹ ਸਾਡੇ ਜਾਨੀ ਦੁਸ਼ਮਣ ਹਨ, ਉਹ ਸਾਡੇ ਲਹੂ ਦੇ ਪਿਆਸੇ ਹਨ, ਪਰ ਆਹ ਇੱਕ ਐਸਾ ਵੀ ਸਿੱਖ ਹੈ ਜਿਹੜਾ ਉਹਨਾਂ ਨੂੰ ਜਾ ਜਾ ਕੇ ਵੀ ਪਾਣੀ ਪਿਆਉਂਦਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਉਹ ਕੌਣ ਹੈ? ਕਹਿੰਦੇ ਮਹਾਰਾਜ ਉਹ ਹੈ ਭਾਈ ਕਨ੍ਹਈਆ, ਲਿਆਓ ਉਸ ਨੂੰ ਸਾਡੇ ਕੋਲ। ਮੋਢੇ ਤੇ ਪਾਣੀ ਦੀ ਮਸ਼ਕ ਹੈ, ਸਤਿਗੁਰੂ ਦੇ ਸਾਹਮਣੇ ਲੈ ਆਂਦਾ। ਸਤਿਗੁਰੂ ਕਹਿਣ ਲੱਗੇ, ਦੱਸ ਭਾਈ ਗੁਰਮੁਖਾ, ਕੀ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਉਣਾ? ਅੱਗੋਂ ਨੇ ਹੱਥ ਜੋੜੇ,
ਕਹਿਣ ਲੱਗਾ, ਸੱਚੇ ਪਾਤਸ਼ਾਹ ਮੈਨੂੰ ਤੇ ਪਤਾ ਹੀ ਨਹੀਂ ਦੁਸ਼ਮਣ ਕੌਣ ਹੁੰਦਾ ਹੈ। ਇਹ ਬਹੁਤ ਵੱਡੀ ਗੱਲ ਹੈ। ਮੈਨੂੰ ਤੇ ਪਤਾ ਹੀ ਨਹੀਂ ਦੁਸ਼ਮਣ ਕੌਣ ਹੁੰਦਾ ਹੈ। ਤੇ ਜਦੋਂ ਅਸੀਂ ਹੁਣ ਆਪਣੇ ਮਨ ਵਿੱਚ ਝਾਤ ਮਾਰ ਕੇ ਦੇਖੀਏ ਤੇ ਸਾਨੂੰ ਤਾਂ ਸਾਰੇ ਦੁਸ਼ਮਣ ਲੱਗਦੇ ਹੈ। ਇਹ ਮਨੁੱਖ ਦੀ ਆਪਣੀ ਦ੍ਰਿਸ਼ਟੀ ਹੁੰਦੀ ਹੈ, ਯਥਾ ਦ੍ਰਿਸ਼ਟੀ ਤਥਾ ਸ੍ਰਿਸ਼ਟੀ। ਹੁਣ ਸਾਨੂੰ ਤਾਂ ਕੋਈ ਵਿਸ਼ਵਾਸ ਪਾਤਰ ਲੱਭਣਾ ਹੀ ਔਖਾ ਹੋ ਜਾਂਦਾ ਹੈ। ਕਿਹਦੇ ਉੱਤੇ ਭਰੋਸਾ ਕਰੀਏ? ਕਿਸੇ ਤੇ ਸਾਡਾ ਮਨ ਯਕੀਨ ਨਹੀਂ ਕਰਦਾ। ਪਰ ਇੱਕ ਐਸੀ ਵੀ ਅਵਸਥਾ ਹੈ ਜਿੱਥੇ ਕੋਈ ਦੁਸ਼ਮਣ ਵੀ ਨਹੀਂ ਰਹਿੰਦਾ। ਤੇ ਹੁਣ ਸਤਿਗੁਰੂ ਕਹਿਣ ਲੱਗੇ, ਭਾਈ ਤੂੰ ਕਹਿੰਦਾ ਬਈ ਮੈਨੂੰ ਤੇ ਦੁਸ਼ਮਣ ਦਾ ਹੀ ਪਤਾ ਨਹੀਂ। ਆਹ ਵੇਖ ਸਿੰਘ ਤੇਰੇ ਤੇ ਸ਼ਿਕਾਇਤ ਕਰਦੇ ਨੇ ਵੀ ਉਧਰ ਜੰਗ ਹੋ ਰਿਹਾ ਹੁੰਦਾ ਤੇ ਇਹ ਜਾ ਜਾ ਕੇ ਉਹਨਾਂ ਤੁਰਕਾਂ ਤੇ ਪਹਾੜੀਆਂ ਨੂੰ ਪਾਣੀ ਪਿਆਉਂਦਾ ਹੈ। ਤਾਂ ਉਸ ਵੇਲੇ ਭਾਈ ਕਨ੍ਹਈਏ ਨੇ ਹੱਥ ਜੋੜੇ, ਕਹਿਣ ਲੱਗਾ, ਸੱਚੇ ਪਾਤਸ਼ਾਹ ਆਪ ਜੀ ਨੇ ਤਾਂ ਇਹ ਉਪਦੇਸ਼ ਦਿੱਤਾ ਹੈ, ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ। ਆਪ ਜੀ ਨੇ ਹੀ ਇਹ ਆਖਿਆ ਹੈ, ਹਿੰਦੂ ਤੁਰਕ ਰਾਖ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕੈ ਪਹਿਚਾਨਬੋ। ਤੁਸਾਂ ਹੀ ਤੇ ਆਖਿਆ ਹੈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤੋ ਮੇਲ ਕਿਉ ਮੇਰਾ ਰਾਜਨ। ਕਲੀਆਂ ਵਾਲੇ ਪਾਤਸ਼ਾਹ ਬੜੇ ਵਾਜ ਦੇ ਵਿੱਚ ਆ ਗਏ, ਕਹਿਣ ਲੱਗੇ, ਧੰਨ ਹੈ ਗੁਰਸਿੱਖਾ। ਜੰਗਜੋਧ ਦੇ ਸਮੇਂ ਜਿਹੜੇ ਸਮਦ੍ਰਿਸ਼ਟੀ ਵਾਲੇ ਲੋਕ ਵੀ, ਉਹਨਾਂ ਦੇ ਮਨ ਦੇ ਵਿੱਚ ਵੀ ਈਰਖਾ ਤੇ ਦਵੇਸ਼ ਦੀ ਭਾਵਨਾ ਪੈਦਾ ਹੋ ਜਾਂਦੀ। ਪਰ ਤੂੰ ਇਸ ਜੰਗਜੋਧ ਦੇ ਸਮੇਂ ਵੀ ਆਪਣੇ ਬ੍ਰਹਮ ਗਿਆਨ ਦੀ ਅਵਸਥਾ ਵਿੱਚ ਟਿਕਿਆ ਹੋਇਆ ਹੈ। ਜਤਰ ਜਤਰ ਮਨੋ ਜਾਤੀ ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ। ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਤੂੰ ਧੰਨ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਸ ਨੂੰ ਜਲ ਛਕਾਉਣ ਤੋਂ ਹਟਾਇਆ ਨਹੀਂ, ਬਲਕਿ ਕਹਿਣ ਲੱਗੇ, ਲੈ ਗੁਰਸਿੱਖਾ, ਅੱਗੇ ਤੂੰ ਕੇਵਲ ਜਲ ਛਕਾਉਣ ਦੀ ਸੇਵਾ ਕਰਦਾ, ਲੈ ਹੁਣ ਆ ਮਾਰੋਂ ਪੱਟੀ ਵੀ ਨਾਲ ਲੈ ਕੇ ਜਾ। ਜਿਸ ਨੂੰ ਜ਼ਖਮ ਲੱਗਿਆ ਹੋਵੇ ਤੇ ਉਹਨੂੰ ਜਾ ਕੇ ਜਲ ਛਕਾਉਣ ਦੀ ਵੀ ਸੇਵਾ ਕਰਨੀ ਹੈ ਤੇ ਉਹਨੂੰ ਮਾਰੋਂ ਪੱਟੀ ਵੀ ਕਰਨੀ ਹੈ। ਇਹ ਸਤਿਗੁਰੂ ਮਹਾਰਾਜ ਨੇ ਆਦੇਸ਼ ਦਿੱਤਾ। ਧੰਨ ਹੈ ਉਸ ਵਾਹਿਗੁਰੂ ਦੇ ਗਿਆਨ ਵਾਲਾ ਸਾਡਾ ਸਤਿਗੁਰੂ, ਜਿਸ ਨੇ ਵੈਰੀ ਤੇ ਮਿੱਤਰ ਨੂੰ, ਵੈਰੀ ਤੇ ਮਿੱਤਰ ਸਾਨੂੰ ਦੋਵੇਂ ਹੀ ਇੱਕ ਸਮਾਨ ਦ੍ਰਿਸ਼ਟੀ ਕਰਕੇ ਦਿਖਾ ਦਿੱਤੇ ਨੇ। ਸਾਨੂੰ ਵੈਰੀ ਤੇ ਮਿੱਤਰ ਵਿੱਚ ਕੋਈ ਫਰਕ ਨਹੀਂ ਜਾਪਦਾ, ਸਾਰੇ ਇੱਕੋ ਹੀ ਰੂਪ ਸਾਨੂੰ ਨਜ਼ਰ ਆਉਂਦੇ ਹਨ। ਧੰਨ ਧੰਨ ਸਤਿਗੁਰੂ ਮਿੱਤਰ ਹਮਾਰਾ, ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ। ਧੰਨ ਹੈ ਸਾਡਾ ਮਿੱਤਰ ਸਤਿਗੁਰੂ, ਜਿਸ ਨੇ ਵਾਹਿਗੁਰੂ ਦੇ ਨਾਮ ਦੇ ਨਾਲ ਸਾਡੀ ਪ੍ਰੀਤੀ ਬਣਾ ਦਿੱਤੀ ਹੈ। ਹੁਣ ਅਸੀਂ ਵੀ ਨਾਮ ਤੇ ਜਪਦੇ ਹਾਂ, ਪਰ ਕੋਈ ਅੰਦਰੋਂ ਰਸ ਨਹੀਂ ਆਉਂਦਾ। ਪਰ ਜਦੋਂ ਗੁਰੂ ਦੀ ਮਿਹਰ ਹੋ ਜਾਂਦੀ, ਨਾਮ ਦੇ ਨਾਲ ਪ੍ਰੀਤੀ ਬਣ ਜਾਂਦੀ ਹੈ, ਫਿਰ ਨਾਮ ਦੇ ਵਿੱਚੋਂ ਰਸ ਆਉਣ ਲੱਗ ਜਾਂਦਾ। ਫਿਰ ਨਾਮ ਜਪਣ ਨੂੰ ਆਪਣੇ ਆਪ ਹੀ ਮਨ ਤਿਆਰ ਹੁੰਦਾ। ਇਸ ਲਈ ਉਹ ਸਤਿਗੁਰੂ ਸਾਡਾ ਮਿੱਤਰ ਹੈ, ਜਿਸ ਨੇ ਵਾਹਿਗੁਰੂ ਦੇ ਨਾਮ ਦੇ ਨਾਲ ਸਾਡੀ ਪ੍ਰੀਤੀ ਬਣਾ ਦਿੱਤੀ। ਸ਼ਲੋਕ ਮਹੱਲਾ ਪਹਿਲਾ। ਘਰ ਹੀ ਮੁੰਦ ਉਪਦੇਸ਼ ਫਿਰ, ਨਿਤ ਚੂਰੇ ਸੰਭਾਲੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਅੱਗੇ 2 ਸ਼ਲੋਕ ਆ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਵ ਨੂੰ ਇੱਕ ਇਸਤਰੀ ਤੇ ਪਰਮੇਸ਼ਰ ਨੂੰ ਉਸ ਦਾ ਪਤੀ ਬਿਆਨ ਕਰਦੇ ਨੇ, ਪਰ ਨਾਲ ਹੀ ਇਹ ਗੱਲ ਆਖਦੇ ਨੇ, ਕਰ ਹੀ ਮੁੰਦ ਉਪਦੇਸ਼ ਫਿਰ। ਅਨਵੇਂ ਕਰਕੇ ਇਸ ਪੰਕਤੀ ਦਾ ਅਰਥ ਲੱਗੇਗਾ, ਘਰ ਹੀ ਪੈਰ। ਉਹ ਪਤੀ ਪਰਮੇਸ਼ਰ ਤਾਂ ਸਾਡੇ ਘਰ ਦੇ ਵਿੱਚ ਹੀ ਹੈ। ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ। ਮੁੰਦ ਉਪਦੇਸ਼ ਫਿਰ। ਪਰ ਜਿਹੜੀ ਮੁੰਦ ਅਗਿਆਤ ਜੋਬਨ ਵਾਲੇ ਜੀਵ ਰੂਪ ਇਸਤਰੀ ਹੈ, ਉਸ ਪਤੀ ਨੂੰ ਪਰਦੇਸ਼ ਵਿੱਚ ਸਮਝ ਰਹੀ ਹੈ। ਉਹ ਪਰਮੇਸ਼ਰ ਪਤੀ ਹੈ ਤੇ ਸਾਡੇ ਘਰ ਦੇ ਵਿੱਚ ਹੀ, ਪਰ ਇਹ ਜਿਹੜੀ ਜੀਵ ਰੂਪ ਨਾ ਸਮਝ ਇਸਤਰੀ ਹੈ, ਇਹ ਉਸ ਨੂੰ ਵਿਦੇਸ਼ ਵਿੱਚ ਦੂਰ ਸਮਝੀ ਬੈਠੀ ਹੈ। ਨਿਤ ਝੂਰੇ ਸੰਭਾਲੇ, ਤੇ ਉਸ ਨੂੰ ਨਾਲੇ ਯਾਦ ਕਰਦੀ ਹੈ ਤੇ ਨਾਲੇ ਵਿਛੋੜੇ ਦੇ ਵਿੱਚ ਚੂਰ ਚੂਰ ਕੇ ਹਮੇਸ਼ਾ ਲਈ ਮਰਦੀ ਹੈ। ਮਿਲਦਿਆਂ ਢਿੱਲ ਨਾ ਹੋਵੇ, ਜੇ ਨੀਅਤ ਰਾਸ ਕਰੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਇਸ ਜੀਵ ਰੂਪ ਇਸਤਰੀ ਨੂੰ ਪਤੀ ਪਰਮੇਸ਼ਰ ਦੇ ਨਾਲ ਮਿਲਦਿਆਂ ਬਿਲਕੁਲ ਕੋਈ ਢਿੱਲ ਨਹੀਂ ਹੋ ਸਕਦੀ, ਕੋਈ ਸਮਾਂ ਕੋਈ ਦੇਰ ਨਹੀਂ ਲੱਗ ਸਕਦੀ। ਹਾਂ, ਇੱਕ ਸ਼ਰਤ ਹੈ, ਜੇ ਨੀਅਤ ਰਾਸ ਕਰੇ, ਜੇ ਆਪਣੇ ਦਿਲ ਦੀ ਨੀਅਤ ਨੂੰ ਸਾਫ਼ ਕਰ ਲਵੇ, ਮਨ ਦੀ ਭਾਵਨਾ ਨੂੰ ਸ਼ੁੱਧ ਕਰ ਲਵੇ, ਤੇ ਫਿਰ ਉਸੇ ਵੇਲੇ ਵਾਹਿਗੁਰੂ ਪਰਮੇਸ਼ਰ ਮਿਲ ਸਕਦਾ ਹੈ। ਮਹੱਲਾ ਪਹਿਲਾ। ਨਾਨਕ ਗਾਲੀ ਕੂੜੀਆਂ ਬਾਝ ਪਰੀਤ ਕਰੇ। ਲੋ ਹਜ਼ੂਰ ਕਹਿੰਦੇ ਨੇ, ਦੁਨੀਆ ਦੇ ਵਿੱਚ ਗੱਲਾਂ ਵਾਲੇ ਗਿਆਨੀ ਤਾਂ ਬਥੇਰੇ ਮਿਲ ਜਾਂਦੇ ਨੇ, ਪਰ ਵਾਹਿਗੁਰੂ ਦੇ ਨਾਲ ਅੰਦਰੋਂ ਪ੍ਰੀਤੀ ਕਰਨ ਵਾਲਾ, ਮੁਹੱਬਤ ਕਰਨ ਵਾਲਾ, ਪਿਆਰ ਕਰਨ ਵਾਲਾ ਕੋਈ ਵਿਰਲਾ ਹੁੰਦਾ। ਇਸੇ ਲਈ ਹਜ਼ੂਰ ਕਹਿੰਦੇ ਨੇ, ਨਾਨਕ ਗਾਲੀ ਕੂੜੀਆਂ, ਕੇਵਲ ਗੱਲਾਂ ਹੀ ਕਰੀ ਜਾਣੀਆਂ, ਇਹ ਤੇ ਸਭ ਝੂਠੀਆਂ ਨੇ। ਗੱਲੀ ਹਉ ਸੁਹਾਗਣ ਪੈਣੀ, ਕੰਤ ਨਾ ਕਬਹੂ ਮੈਂ ਮਿਲਿਆ। ਗੱਲਾਂ ਦੇ ਨਾਲ ਅਸੀਂ ਸੁਹਾਗਣਾ ਬਣਦੇ ਹਾਂ, ਪਰ ਪਤੀ ਕਦੀ ਮਿਲਿਆ ਨਹੀਂ, ਰੱਬ ਕਦੀ ਮਿਲਿਆ ਨਹੀਂ। ਗੱਲਾਂ ਦੇ ਨਾਲ ਅਸੀਂ ਰੱਬ ਦੇ ਘਰ ਪਹੁੰਚੇ ਹੋਏ ਆਪਣੇ ਆਪ ਨੂੰ ਦੱਸਦੇ ਹਾਂ। ਹਜ਼ੂਰ ਕਹਿੰਦੇ ਉਹ ਗੱਲਾਂ ਸਾਰੀਆਂ ਝੂਠੀਆਂ ਨੇ, ਜਿੰਨਾ ਚਿਰ ਤੱਕ ਕੋਈ ਜੀਵ ਰੂਪ ਇਸਤਰੀ ਵਾਹਿਗੁਰੂ ਦੇ ਨਾਲ ਪ੍ਰੀਤੀ ਨਹੀਂ ਕਰਦੀ, ਅੰਦਰੋਂ ਪਿਆਰ ਨਹੀਂ ਕਰਦੀ,